पंजाब विच मोदी दे पुतले फूके जाने। अगर मोदी जे ही सुधरिया इन्हें कानून नहीं वापस लए तो फिर आने वाले दिनों च मोदी फूकिया जाऊगा। ਜਦੋਂ ਦਾ ਇਹ ਪ੍ਰਧਾਨ ਮੰਤਰੀ ਬਣਿਆ ਹੈ ਉਦੋਂ ਦਾ ਇਹਨੇ ਇੱਕ ਤੋਂ ਇੱਕ ਹੀ ਕੰਮ ਕੀਤਾ ਵੀ ਲੋਕਾਂ ਨੂੰ ਪਰੇਸ਼ਾਨ ਕਰਨਾ, ਜਦ ਕਿ ਉਹਦੀ ਡਿਊਟੀ ਬਣਦੀ ਸੀ ਵੀ ਲੋਕਾਂ ਨੂੰ ਸੁਵਿਧਾਵਾਂ ਦੇਣੀਆਂ, ਪਰ ਉਹਨੇ ਸੁਵਿਧਾਵਾਂ ਦੇਣ ਦੀ ਬਜਾਏ ਲੋਕਾਂ ਨੂੰ ਪਰੇਸ਼ਾਨ ਕੀਤਾ ਹੈ। ਤੇ ਅੱਜ ਉਹਦਾ ਪੁਤਲਾ ਫੂਕ ਕੇ ਅਸੀਂ ਇਹੀ ਸਾਬਤ ਕਰਨਾ ਚਾਹੁੰਦੇ ਵੀ ਮੋਦੀ ਸਾਹਿਬ ਤੁਸੀਂ ਸੁਧਰ ਜਾਓ ਹਲ ਵੀ ਮਕਾਨ ਦਿੰਦੇ ਰਹਿਣਾ ਗੰਦੇ ਆਂਡੇ ਦੀ। ਪਹਿਲੀ ਵਾਰ ਹੈ ਕਿ ਕਿਸੇ ਦਾ ਜਿਉਂਦੇ ਦਾ ਪੁਤਲਾ ਫੂਕਿਆ ਜਾਵੇ ਤੇ ਮਰਿਆ ਉਹਦੇ ਤਾਂ ਫੂਕਦੇ ਨੇ। ਇਹ ਇੱਕ ਨਵਾਂ ਉਹਦੇ ਵਾਸਤੇ ਐਗਜ਼ਾਮਪਲ ਖੜੀ ਕਰਤੀ ਪੰਜਾਬ ਦੇ। ਦੇਖੋ ਮੋਦੀ ਬੁਖਲਾ ਗਿਆ। ਗੁਰੂ ਨਾਨਕ ਪਾਤਸ਼ਾਹ ਨੇ ਵੀ ਕਿਹਾ ਵੀ 2-3 ਮੌਕੇ ਬੰਦੇ ਨੂੰ ਦੇ ਦੇਣੇ ਚਾਹੀਦੇ। ਅਸੀਂ ਦੇ ਰਹੇ ਹਾਂ ਤੈਨੂੰ ਮੌਕੇ, ਜੇ ਤੂੰ ਨਾ ਸੁਧਰਿਆ ਫਿਰ ਤੇਰੇ ਅਗਲੇ ਆਉਣ ਵਾਲੇ ਹਾਲਾਤ ਬਹੁਤ ਬੁਰੇ ਹੋਣ ਵਾਲੇ ਆ। ਇੱਕ ਬਾਹਰ ਕਿਤੇ ਜਿਕਣਾ ਮੁਰਗੀ ਦੇ ਅੰਡਾ ਰਹਿ ਜਾਂਦਾ ਨਾ, ਉਕਣਾ ਅੰਡਾ ਬਾਹਰ ਰਹਿ ਗਿਆ ਕਿਤੇ, ਇਹ ਗਿਆ ਗਲ। ਅੱਜ ਇਹਨੂੰ ਫੂਕਿਆ ਏ, ਹੁਣ ਇਹਦੀਆਂ ਆਸਤੀਆਂ ਸਿੱਧੀਆਂ ਗੰਦੇ ਨਾਲੇ ਵਿੱਚ ਜਿੱਥੇ ਕੀੜੇ ਵੀ ਨਾ ਖਾਣ। ਪਰ ਇਹ ਜਿਹੜਾ ਥਾਪਾ ਇਹਨੂੰ ਕੁੱਟ ਲਈਏ, ਇਹਦੀ ਸਿਰੀ ਕੁੱਟ ਲਈਏ, ਬਾਕੀ ਦਾ ਕੀੜੇ ਨਾ ਆਵੇ ਖਾ ਜਾਣਾ ਇਹ। हर साल दशहरे के उत्ते रावण के पुतले फूके जाते हैं। हर साल देश के विच दशहरा मनाया जाता रावण के पुतले फूक के, परंतु इस बार शायद पहली बारी हो रहा है कि दशहरे के मौके रावण के पुतले ना फूक के किसानों वालों देश के प्रधानमंत्री ते होर मंत्रियों के पुतले फूक के रोस प्रदर्शन किया गया है। रोपड़ नैशनल हाईवे सोलखियां दे उत्ते गल करते हैं कि जो रोस पाया जा रहा किसानों के विच, क्यों केंद्र सरकार किसानों के हुण तक किसानों की गलबात नहीं सुन रही। हाँ जी सर, की नाम है तुहाडा? गुरिंदर सिंह भंगू। सर अज पुतला फूके गया, पहली बारी शायद होया, तुसीं जिंदगी दे विच पहली बारी देखिया होना हालात, की कहना चाहुंदे हो केंद्र सरकार ने जो हुण तक गलबात नहीं सुनी? देखो केंद्र सरकार नूं ये समझ लेना चाहिए भी अज तक दशहरे ते रावण के पुतले फूके जाते थे, जो कि अज मोदी के पुतले फूके गए हैं, अमित शाह दे और जोगी दे। ਇਹਦਾ ਕਾਰਨ ਇਹ ਹੈ ਕਿ ਜੋ ਪੰਜਾਬ ਤੇ ਨੇ ਕਾਲੇ ਕਾਨੂੰਨ ਥੋਪੇ ਗਏ ਨੇ ਮੋਦੀ ਨੇ। ਜਦ ਤੋਂ ਭਾਜਪਾ ਸਰਕਾਰ ਸੈਂਟਰ 'ਚ ਆਈ ਆ ਉਤੋਂ ਨਾ ਇੱਥੇ 5 ਸਾਲ ਦੀ ਬੱਚੀ ਨਾ 10 ਸਾਲ ਦੀ ਬੱਚੀ ਕੋਈ ਸੇਫ ਨਹੀਂ। ਬਲਾਤਕਾਰ ਕਰਕੇ ਇਹ ਕਿਆ ਕੁਛ ਕਰ ਰਹੇ ਨੇ, ਉਹਨਾਂ ਲੋਕਾਂ ਦੀ ਮਦਦ ਕਰ ਰਹੇ ਨੇ। ਹਾਦਰਸ ਕਾਂਡ ਦੇ ਵਿੱਚ ਸਾਰਾ ਕੁਝ ਭਾਜਪਾ ਦਾ ਰੋਲ ਆ। ਉੱਥੇ ਦੇਖੋ ਕਿਆ ਹੋਇਆ। ਹਾਲੇ ਤਾਂ ਮੋਦੀ ਦੇ ਪੰਜਾਬ ਵਿੱਚ ਪੁਤਲੇ ਹੀ ਫੂਕੇ ਜਾਂਦੇ ਆ। हाले तो पंजाब में मोदी के पुतले फूके जाने। अगर मोदी जे ही सुधरिया इन्हें कानून नहीं वापस लए तो फिर आने वाले दिनों च मोदी फूकिया जाऊगा। बिल्कुल जी, की कहना चाहते हो अज तुसीं जिंदगी च ये हालात देखे जो अज देख रहे हो? ਬਿਲਕੁਲ ਜੀ, ਪਹਿਲਾਂ ਜ਼ਿੰਦਗੀ ਦੇ ਵਿੱਚ ਇਦਾਂ ਦੇ ਹਾਲਾਤ ਨਹੀਂ ਦੇਖੇ ਸੀਗੇ। ਜਿੱਥੇ ਰਾਵਣ ਦੇ ਪੁਤਲੇ ਅਸੀਂ ਫੂਕਦੇ ਸੀਗੇ, ਰਾਵਣ ਨੇ ਤਾਂ ਐਡਾ ਕੋਈ ਕੁਰਕਰਮ ਕੀਤਾ ਵੀ ਨਹੀਂ ਸੀ। ਉਹਨੇ ਆਪਣੀ ਭੈਣ ਦੀ ਇੱਜ਼ਤ ਬਚਾਉਣ ਦੇ ਵਾਸਤੇ ਇੱਕ ਪ੍ਰੋਟੈਸਟ ਕੀਤਾ ਸੀ, ਵਿਰੋਧ ਕੀਤਾ ਸੀ। ਕਿਸੇ ਦੀ ਧੀ ਭੈਣ ਉਹਨੇ ਜ਼ਰੂਰ ਚੱਕਿਆ ਸੀਗਾ, ਇੰਨਾ ਕੁ ਉਹਦਾ ਕਸੂਰ ਹੈਗਾ। ਪਰ ਇਹ ਮੋਦੀ ਦਾ ਪੂਰੇ ਪੰਜਾਬ ਦੇ ਵਿੱਚ ਅੱਜ ਰਾਵਣ ਦੀ ਜਗ੍ਹਾ ਮੋਦੀ ਨੂੰ ਇਸ ਗੱਲ ਕਰਕੇ ਫੂਕਿਆ ਜਾ ਰਿਹਾ, ਜਿਹੜੇ 3 ਕਾਲੇ ਕਾਨੂੰਨ ਉਹਨੇ ਸਾਡੇ ਤੇ ਲਾਗੂ ਕਰ ਦਿੱਤੇ ਹੈ। ਉਸ ਤੋਂ ਪਹਿਲਾਂ ਚਾਹੇ ਨੇ GST ਕੀਤੀ ਹੋਵੇ, ਚਾਹੇ ਨੋਟਬੰਦੀ ਕੀਤੀ ਹੋਵੇ, ਜਦੋਂ ਦਾ ਇਹ ਪ੍ਰਧਾਨ ਮੰਤਰੀ ਬਣਿਆ ਹੈ ਉਦੋਂ ਦਾ ਇਹਨੇ ਇੱਕ ਤੋਂ ਇੱਕ ਹੀ ਕੰਮ ਕੀਤਾ ਵੀ ਲੋਕਾਂ ਨੂੰ ਪਰੇਸ਼ਾਨ ਕਰਨਾ, ਜਦ ਕਿ ਉਹਦੀ ਡਿਊਟੀ ਬਣਦੀ ਸੀ ਵੀ ਲੋਕਾਂ ਨੂੰ ਸੁਵਿਧਾਵਾਂ ਦੇਣੀਆਂ, ਪਰ ਉਹਨੇ ਸੁਵਿਧਾਵਾਂ ਦੇਣ ਦੀ ਬਜਾਏ ਲੋਕਾਂ ਨੂੰ ਪਰੇਸ਼ਾਨ ਕੀਤਾ ਹੈ। ਤੇ ਅੱਜ ਉਹਦਾ ਪੁਤਲਾ ਫੂਕ ਕੇ ਅਸੀਂ ਇਹੀ ਸਾਬਤ ਕਰਨਾ ਚਾਹੁੰਦੇ ਵੀ ਮੋਦੀ ਸਾਹਿਬ ਤੁਸੀਂ ਸੁਧਰ ਜਾਓ ਹਲ ਵੀ। ਗੁਰੂ ਨਾਨਕ ਪਾਤਸ਼ਾਹ ਨੇ ਵੀ ਕਿਹਾ ਵੀ 2-3 ਮੌਕੇ ਬੰਦੇ ਨੂੰ ਦੇ ਦੇਣੇ ਚਾਹੀਦੇ। ਅਸੀਂ ਦੇ ਰਹੇ ਹਾਂ ਤੈਨੂੰ ਮੌਕੇ, ਜੇ ਤੂੰ ਨਾ ਸੁਧਰਿਆ ਫਿਰ ਤੇਰੇ ਅਗਲੇ ਆਉਣ ਵਾਲੇ ਹਾਲਾਤ ਬਹੁਤ ਬੁਰੇ ਹੋਣ ਵਾਲੇ ਆ। ਪੰਜਾਬ ਕਿਸੇ ਪੱਖੋਂ ਝੁਕਦਾ ਨਹੀਂ ਹੈਗਾ, ਇਹ ਤੈਨੂੰ ਯਾਦ ਰੱਖਣ ਦੀ ਜ਼ਰੂਰਤ ਹੈ। ਕੀ ਨਾਮ ਸਰ ਤੁਹਾਡਾ? कैप्टन GS ढिल्लों। ਕੀ ਕਹਿਣਾ ਚਾਹੁੰਦੇ ਹੋ ਇਦਾਂ ਦੇ ਹਾਲਾਤ? ਮੈਂ ਤਾਂ ਜ਼ਿੰਦਗੀ 'ਚ ਪਹਿਲੀ ਵਾਰੀ ਦੇਖ ਰਿਹਾ ਕਿ ਦਸ਼ਹਿਰੇ ਦੇ ਉੱਤੇ ਰਾਵਣ ਦਾ ਪੁਤਲਾ ਨਹੀਂ ਫੂਕਿਆ ਜਾ ਰਿਹਾ, ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ ਜਾ ਰਿਹਾ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? मैं ये कहना चाहना वो प्रधानमंत्री देश का प्रधानमंत्री है, बिहार ਦੇ ਵਿੱਚ ਜਾ ਕੇ ਉਹ ਇਲੈਕਸ਼ਨ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਗਿਆ और ਉਹ ਬੜਾ ਤਾਨਾਸ਼ਾਹੀ ਉੱਥੋਂ ਫਰਮਾਨ ਸੁਣਾ ਰਿਹਾ कि भी ना तो 370 धारा वापस करांगा, ना ये जो मैं काले कानून वापस करे हैं ये वापस नहीं लवांगा। लेकिन वो हैंकड़ पता नहीं किहड़ी गल्लों है, जद के सिखां ने पंजाबियां ने आज़ादी दे विच सब तो ज़्यादा योगदान पाया, कुर्बानियां कीतियां, काले पानी दी सजावां कट्टियां। लेकिन वो इंसान किसानां नूं किहड़ी गल्लों भुल गया। फिर उस बाद हरी क्रांति किसानां ने लिआंदी, उस तो बाद फिर वो भुल गया। तो इहो ਜਿਹੇ ਜਿਹੜੇ वातावरण ਦੇ ਵਿੱਚ ਉਹ ਦੇਸ਼ ਨੂੰ ਲਿਜਾ ਰਿਹਾ ਤੇ ਸਾਨੂੰ नहीं उम्मीद कि वो सारे देश ਨੂੰ बेच के ਸਾਹ ਲਏਗਾ। तो ਅਸੀਂ मतलब पंजाब ਵੱਲੋਂ एक ਉਹਨੂੰ ਵਾਰਨਿੰਗ ਦਿੰਦੇ ਆ कि पंजाबी पिछे मुंडे वाले नहीं है। जब तक तू अपने करतूतां तो वापस नहीं आउंदा ना, जब तक ये संघर्ष जारी रहणगे। और इहो ਜਿਹੇ पुतला ये पहली बार है
ਕਿ ਕਿਸੇ ਦਾ ਜਿਉਂਦੇ ਦਾ ਪੁਤਲਾ ਫੂਕਿਆ ਜਾਵੇ ਤੇ ਮਰਿਆ ਉਹਦੇ ਤਾਂ ਫੂਕਦੇ ਨੇ। ਇਹ ਇੱਕ ਨਵਾਂ ਉਹਦੇ ਵਾਸਤੇ ਐਗਜ਼ਾਮਪਲ ਖੜੀ ਕਰਤੀ ਪੰਜਾਬ ਵਾਸੀਆਂ ਨੇ, ਕਿਸਾਨਾਂ ਨੇ ਖਾਸ ਕਰਕੇ, ਕਿ ਵੀ ਉਹ ਇਨਸਾਨ ਹੈ ਜਿਹੜਾ ਉਹ ਇਹਨਾਂ ਕਾਨੂੰਨਾਂ ਨੂੰ ਵਾਪਸ ਲੈ ਲਵੇ ਤਾਂ ਉਹਦਾ ਜ਼ਿੰਦਗੀ ਉਹਦੀ ਚੰਗੀ ਬਸਰ ਕਰ ਸਕਦਾ, ਨਹੀਂ ਤਾਂ ਆਉਣ ਵਾਲਾ ਟਾਈਮ ਬੜਾ ਖਤਰਨਾਕ ਨਜ਼ਰ ਆ ਰਿਹਾ। ਬਿਲਕੁਲ ਜੀ। ਕੀ ਨਾਮ ਸਰ ਤੁਹਾਡਾ? ਮੇਰਾ ਨਾਮ ਗੁਰਨਾਮ ਸਿੰਘ ਜਸੜਾ, ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ। ਕਿੰਨੇ ਚਿਰਾਂ ਤੋਂ ਕਿਸਾਨ ਧਰਨਿਆਂ ਤੇ ਬੈਠੇ ਨੇ? ਮੋਦੀ ਸਾਹਿਬ ਉੱਥੇ ਗਏ ਆ ਪ੍ਰਚਾਰ ਦੇ ਲਈ ਤੇ ਉਹਨਾਂ ਨੇ ਕਹਿ ਦਿੱਤਾ, ਇਸ਼ਾਰਾ ਕਰਤਾ ਕਿ ਵਾਪਸ ਨਹੀਂ ਹੋਣੇ। ਕਿਵੇਂ ਦੇਖਦੇ ਕਿਸਾਨ ਅੱਗੇ ਕੀ ਰਣਨੀਤੀ? ਦੇਖੋ, ਮੋਦੀ ਬੁਖਲਾ ਗਿਆ ਹੈ। ਪੰਜਾਬ ਦਾ ਏਕਾ ਦੇਖ ਕੇ, ਪੰਜਾਬ ਦਾ ਇਕੱਠ ਦੇਖ ਕੇ, ਪੰਜਾਬ ਨੇ ਜਿਹੜੀ ਇਹ ਆਪਣੀ ਸ਼ੁਰੂ ਕੀਤਾ ਹੈ ਆਪਣਾ ਸੰਘਰਸ਼, ਇਸ ਸੰਘਰਸ਼ ਦੀ ਪ੍ਰਧਾਨਗੀ ਪੰਜਾਬ ਕਰ ਰਿਹਾ ਹੈ। ਪੰਜਾਬ ਦੀ ਪ੍ਰਧਾਨਗੀ ਦੇ ਅਧੀਨ ਬਾਕੀ ਸਟੇਟਾਂ ਵੀ ਇਸ ਸੰਘਰਸ਼ ਵਿੱਚ ਕੁੱਦ ਪਈਆਂ। ਮੋਦੀ ਬੁਖਲਾ ਗਿਆ। ਮੋਦੀ ਕੋਲ ਹੋਰ ਕੋਈ ਵੀ ਮੁੱਦਾ ਨਹੀਂ ਬਿਹਾਰ ਵਿੱਚ ਕਹਿਣ ਵਾਸਤੇ ਚੋਣਾਂ ਦੇ ਮੌਕੇ। ਉਹ ਹੁਣ ਇਹ ਕਾਲੇ ਕਾਨੂੰਨਾਂ ਸੰਬੰਧੀ ਕਹਿ ਰਿਹਾ ਹੈ ਜਾਂ ਫਿਰ ਕਸ਼ਮੀਰ ਦੀ 370 ਧਾਰਾ ਦੇ ਖਿਲਾਫ ਕਹਿ ਰਿਹਾ ਹੈ ਕਿ ਮੈਂ ਉਸ ਨੂੰ ਵਾਪਸ ਨਹੀਂ ਲਵਾਂਗਾ। ਦੇਖੋ, ਇੱਕ ਰਾਜ ਦਾ ਫਰਜ਼ ਹੈ ਲੋਕ ਰਾਜ ਵਿੱਚ ਲੋਕਾਂ ਦੀ ਆਵਾਜ਼ ਸੁਣਦਾ, ਪਰ ਮੋਦੀ ਇਹੋ ਜਿਹਾ ਕਰਖਤ ਬੰਦਾ ਹੈ, ਇਹੋ ਜਿਹਾ ਮਾੜਾ ਬੰਦਾ ਹੈ ਜਿਸ ਨੇ ਮੁਗਲਾਂ ਅਤੇ ਅੰਗਰੇਜ਼ਾਂ ਨੂੰ ਵੀ ਮਾਤ ਪਾਤੀ। ਉਸ ਮੋਦੀ ਦੇ ਰਾਜ ਵਿੱਚ ਅਗਰ ਕੋਈ ਮਾੜਾ ਕੰਮ ਹੁੰਦਾ ਭਾਰਤ ਵਿੱਚ ਤਾਂ ਉਸ ਦੀ ਸਿੱਧੇ ਤੌਰ ਤੇ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੁੰਦੀ ਹੈ। ਜਦ ਤੋਂ ਮੋਦੀ ਦਾ ਰਾਜ ਆਇਆ ਹੈ, ਇੱਥੇ ਧਰਮ ਦੇ ਨਾਂ ਤੇ, ਇੱਥੇ ਜਾਤ ਦੇ ਨਾਂ ਤੇ ਵੰਡੀਆਂ ਪੈਣੀਆਂ ਸ਼ੁਰੂ ਹੋ ਗਈਆਂ। ਇੱਥੇ ਕੁੜੀਆਂ ਦੀ, ਸਾਡੀਆਂ ਬੱਚੀਆਂ ਦੀ ਇੱਜ਼ਤ ਸੁਰੱਖਿਅਤ ਨਹੀਂ ਹੈ। ਬੱਚੀਆਂ ਨਾਲ ਨਿੱਤ ਦਿਹਾੜੇ ਕੁਕਰਮ ਹੁੰਦੇ ਨੇ, ਕਈ ਬੱਚਿਆਂ ਨੂੰ ਤਾਂ ਕੁਕਰਮ ਕਰਨ ਤੋਂ ਮਾਰ ਦਿੱਤਾ ਜਾਂਦਾ ਹੈ। ਸੋ ਮੋਦੀ ਦੀ ਨੀਂਦ ਨਹੀਂ ਖੁੱਲ੍ਹੀ ਹੁਣ ਤੱਕ। ਇਹ ਜਿਹੜਾ ਪੰਜਾਬ ਦਾ ਸੰਘਰਸ਼ ਹੈ, ਇਹ ਮੋਦੀ ਨੂੰ ਉਸ ਭੈੜੀ ਨੀਂਦ ਤੋਂ ਜਗਾ ਕੇ ਪਿੱਛੇ ਹਟੇਗਾ। ਜਿਹੜੇ ਇਹ ਕਾਲੇ ਕਾਨੂੰਨ ਹੈ, ਇਹ ਹਰ ਹਾਲਤ ਵਿੱਚ ਮੋਦੀ ਨੂੰ ਵਾਪਸ ਲੈਣੇ ਪੈਣਗੇ। ਇਸ ਤੋਂ ਇਲਾਵਾ ਜੋ ਉਸ ਨਾਲ ਜ਼ੁਲਮ ਭਾਰਤ ਵਿੱਚ ਮੁਸਲਮਾਨਾਂ ਤੇ, ਸਿੱਖਾਂ ਤੇ ਅਤੇ ਹੋਰ ਜਾਤੀ ਵਾਲਿਆਂ ਤੇ ਸ਼ੁਰੂ ਕਰਵਾਏ ਨਾ ਆਪਣੇ ਦਲਿਆਂ ਕੋਲੋਂ, ਉਹ ਜਿਹੜੇ ਜ਼ੁਲਮ ਹੈ ਉਹ ਇਹਨੂੰ ਬੰਦ ਕਰਨੇ ਪੈਣਗੇ। ਤਾਂ ਹੀ ਮੋਦੀ ਇਸ ਦੇਸ਼ ਤੇ ਰਾਜ ਕਰੇਗਾ, ਨਹੀਂ ਉਸ ਦੀਆਂ ਜੜ੍ਹਾਂ ਹਿੰਦੁਸਤਾਨ ਵਿੱਚੋਂ ਪੱਟ ਦਿੱਤੀਆਂ ਜਾਣਗੀਆਂ। ਤਮਾਣਾ ਜੀ, ਹੁਣ ਸ਼ਾਇਦ ਕਲੀਅਰ ਕਰਤਾ ਪ੍ਰਧਾਨ ਮੰਤਰੀ ਨੇ ਕਿ ਕਾਨੂੰਨ ਵਾਪਸ ਨਹੀਂ ਹੋਣੇ। ਕੀ ਰਣਨੀਤੀ ਅੱਗੇ ਜਿਹੜੀ ਹੈਗੀ? ਧਰਨੇ ਬਥੇਰੇ ਲੱਗ ਲਏ, ਹੁਣ ਕੀ ਅੱਗੇ ਰਣਨੀਤੀ ਹੈ ਕਿਸਾਨਾਂ ਦੀ? ਤੁਹਾਨੂੰ ਮੈਂ ਪਿੱਛੇ ਵੀ ਦੱਸਿਆ ਹੈ ਕਿ 26 ਤੇ 27 ਤਰੀਕ ਨੂੰ, ਕੱਲ੍ਹ ਤੇ ਪਰਸੋਂ ਨੂੰ, ਹਿੰਦੁਸਤਾਨ ਦੀਆਂ 250 ਤੇ ਵੱਧ ਜਥੇਬੰਦੀਆਂ ਇਕੱਠੀਆਂ ਹੋ ਕੇ ਦਿੱਲੀ ਦੇ ਵਿੱਚ ਵਿਚਾਰ ਕਰ ਰਹੀਆਂ ਕਿ ਕਿਸ ਤਰ੍ਹਾਂ ਦੇ ਨਾਲ ਵੱਖ-ਵੱਖ ਸੂਬਿਆਂ ਤੋਂ ਕਿਸਾਨਾਂ ਨੇ ਆ ਕੇ ਦਿੱਲੀ ਨੂੰ ਘੇਰਾ ਪਾ ਕੇ ਇਸ ਮੋਦੀ ਨੂੰ, ਜਿਹੜਾ ਵਿਚੋਲੀਆਂ ਦਾ ਕਹਿੰਦੇ ਵਿਚੋਲੀਏ ਹੈ, ਜਿਹੜੇ ਲੜਾਈ ਲੜਦੇ ਸੰਘਰਸ਼ ਲੜਦੇ ਵਿਚੋਲੀਏ ਹੈ, ਇਹਨੂੰ ਪਤਾ ਨਹੀਂ ਹੈ ਇਹ ਵਿਚੋਲੀਏ ਨਹੀਂ ਹੈ, ਇਹ ਤੇਰੇ ਹੱਥ ਤੇ ਠੂਠਾ ਛਡਾਉਣ ਵਾਲੇ ਕਿਸਾਨ ਹੈ। ਪੰਜਾਬ ਆਪਣੇ ਜਿਹੜਾ ਹਿੰਦੁਸਤਾਨ ਪਿੱਛੇ ਬਾਹਰ ਠੂਠਾ ਫੜ ਕੇ ਮੰਗਣ ਜਾਣਾ ਸੀ, ਉਹ ਕਿਸਾਨ ਨੇ। ਔਰ ਉਹ ਕਿਸਾਨ ਹੈ ਜਿਹੜੇ ਸੱਪਾਂ ਦੀਆਂ ਸਿਰੀਆਂ ਵਿੱਧ ਕੇ, ਕੋਹਰੇ ਕੈਂਖਰ ਗਾ ਕੇ ਤੇਰੇ ਅੰਨ ਦੇ ਭੰਡਾਰ ਭਰਦੇ ਹੈ। ਔਰ ਉਹ ਜਦੋਂ ਇਹ ਕੰਮ ਕਰ ਸਕਦੇ ਹੈ, ਸਾਰਾ ਕੁਝ ਅਨਾਜ ਪੈਦਾ ਕਰ ਸਕਦੇ ਹੈ, ਤਾਂ ਤੈਨੂੰ ਵੀ ਇਸ ਗੱਲ ਲਈ ਮਜਬੂਰ ਕਰਾਂਗੇ ਕਿ ਤੂੰ ਇਹ ਕਾਲੇ ਕਾਨੂੰਨ ਵਾਪਸ ਲਵੇਂ। ਔਰ ਉਸੇ ਤਰ੍ਹਾਂ ਦੇ ਨਾਲ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਜਿਹੜਾ ਹੈਗਾ MSP ਜਿਹੜਾ ਆ ਉਹ ਲਾਗੂ ਕਰਾ ਕੇ ਹਟੇ। ਕਾਮਰੇਡ ਗੁਰਦੇਵ ਸਿੰਘ ਬਾਗੀ ਜੀ ਖੜੇ। ਬਾਗੀ ਸਾਹਿਬ, ਬੀਜੇਪੀ ਦੇ ਲੀਡਰ ਕਹਿੰਦੇ ਜਿਹੜੇ ਧਰਨੇ ਚੱਲ ਰਹੇ ਆ ਉਹ ਕਿਸਾਨ ਨਹੀਂ, ਲਾਲ ਝੰਡੇ ਵਾਲੇ ਕਰਵਾ ਰਹੇ ਆ ਸਭ ਕੁਝ, ਲਾਲ ਝੰਡੇ ਵਾਲੇ। ਗੱਲ ਇਸ ਤਰ੍ਹਾਂ ਜੀ, ਉਹ ਦਲਾਲ ਕਹਿੰਦੇ ਆ। ਦਲਾਲ ਵੀ ਕਹਿ ਰਹੇ। ਦਲਾਲ ਕਿਹਨੂੰ ਕਹਿੰਦੇ ਆ? ਦਲਾਲਾਂ ਦੀ ਪਾਰਟੀ ਆ। ਦਲਾਲਾਂ ਨੂੰ ਦਲਾਲ ਹੀ ਦਿਖਣੇ ਆ, ਚੋਰਾਂ ਨੂੰ ਚੋਰ ਹੀ ਦਿਖਦੇ ਆ। ਇਹ ਤਾਂ ਨਰੋਲ ਕਿਸਾਨ ਨਾਲ ਅਸੀਂ ਮਜ਼ਦੂਰਾਂ। ਦੂਜੀ, ਜਿਹੜਾ ਮੋਦੀ ਨੇ ਕਿਹਾ ਬਿਹਾਰ ਦੇ ਵਿੱਚ ਬਈ ਇਹ ਕਾਨੂੰਨ ਜਿਹੜਾ ਬਣ ਗਿਆ ਹੈ ਇਹ ਵਾਪਸ ਨਹੀਂ ਹੋਣਾ, ਮੈਂ ਉਹਨੂੰ ਯਾਦ ਕਰਾਉਣਾ ਚਾਹੁੰਦਾ। ਹਿੰਦੁਸਤਾਨ ਦਾ ਇਤਿਹਾਸ ਪੜ੍ਹ ਲਵੇ। ਮਰਾਰਜੀ ਦੇਸਾਈ ਨੇ ਕਾਨੂੰਨ ਬਣਾਏ ਤੇ ਮਜ਼ਦੂਰਾਂ ਵਿਰੁੱਧ, ਜਦੋਂ ਮਜ਼ਦੂਰ ਸੰਘਰਸ਼ਾਂ ਦੇ ਪਿੜ 'ਚ ਆਏ ਤਾਂ ਉਹ ਰੱਦੀ ਦੀ ਚੋਕਰੀ ਸਿੱਟਣੇ ਪਏ। ਇਸ ਤਰ੍ਹਾਂ ਹੀ ਇਹ ਕਾਨੂੰਨ ਵੀ ਜਿਹੜੇ ਆ ਮੋਦੀ ਨੂੰ ਰੱਦੀ ਚੋਕਰੀ ਸਿੱਟਣੇ ਪੈਣਗੇ ਔਰ ਮੋਦੀ ਨੂੰ ਮੂੰਹ ਦੀ ਖਾਣੀ ਪਊਗੀ। ਹਾਂਜੀ ਪ੍ਰਧਾਨ ਜੀ, ਕੀ ਕਹਿਣਾ ਚਾਹੁੰਦੇ ਹੋ? ਹੁਣ ਲਾਸਟ ਦੇ ਵਿੱਚ ਮੋਦੀ ਨੇ ਸਾਫ਼ ਕਰਤਾ ਕਿ ਵਾਪਸ ਨਹੀਂ ਹੋਣੇ। ਕਿਵੇਂ ਤਿਆਰੀ ਹੈ ਕਿਸਾਨਾਂ ਦੀ, ਅੱਗੇ ਕੀ ਕੁਝ ਕਰਨਾ? ਸਰ, ਤਿਆਰੀ ਤਾਂ ਸਾਡੀ ਪੂਰੀ ਆ। ਜਿੱਕਣਾ ਸਾਨੂੰ ਹਾਈ ਕਮਾਂਡ ਦਾ ਉੱਪਰ ਤੇ ਹੁਕਮ ਆਉਣਾ ਹੈ, 5 ਤਰੀਕ ਨੂੰ ਮੀਟਿੰਗ ਆ, ਅਸੀਂ ਉੱਕਣਾ ਹੀ ਇਹਦੀ ਮਕਾਨ ਦਿੰਦੇ ਰਹਿਣਾ ਗੰਦੇ ਆਂਡੇ ਦੀ। ਇਹ 4-5 ਭਾਈ ਆ, ਬਾਕੀ ਆਪਣੀ ਗਰੀਬੀ ਰੇਖਾ ਮਾ ਜਿਉਂਦੇ ਆ, TV ਪਰ ਵੀ ਦਿਖਾਉਂਦੇ ਆ। ਇੱਕ ਇਹ ਬਾਹਰ ਕਿਤੇ ਜਿੱਕਣਾ ਮੁਰਗੀ ਦੇ ਅੰਡਾ ਰਹਿ ਜਾਂਦਾ ਨਾ, ਉੱਕਣਾ ਅੰਡਾ ਬਾਹਰ ਰਹਿ ਗਿਆ ਕਿਤੇ, ਇਹ ਗਿਆ ਗਲ। ਅੱਜ ਇਹਨੂੰ ਫੂਕਿਆ ਏ, ਹੁਣ ਇਹਦੀਆਂ ਆਸਤੀਆਂ ਸਿੱਧੀਆਂ ਗੰਦੇ ਨਾਲੇ ਵਿੱਚ ਜਿੱਥੇ ਕੀੜੇ ਵੀ ਨਾ ਖਾਣ। ਇਸ ਕਰਕੇ ਮੈਂ ਦੱਸਣਾ ਚਾਹੁੰਦਾ ਹਰਿਆਣੇ ਵਾਲਿਆਂ ਨੂੰ, ਆਪਣੇ ਕਿਸਾਨ ਵੀਰਾਂ ਨੂੰ ਵੀ ਡਟ ਜਾਓ। ਇਹ ਬੰਦੇ ਦਾ ਪਹਿਲਾਂ ਮਲੀਆ ਮੇਟ ਖਤਮ ਕਰ ਦਈਏ ਰਲ ਕੇ। ਜਿਹੜਾ ਪਾਣੀ ਦੇ ਮਸਲੇ ਆ ਸਿਆਸਤਦਾਨਾਂ ਨੇ ਆਪਾਂ ਨੂੰ ਵੰਡਿਆ ਵਾ, ਇਸ ਕਰਕੇ ਆਪਾਂ
ਛੋਟੇ ਬੜੇ ਭਰਾ ਕਹਿੰਦੇ ਹਰਿਆਣਾ ਔਰ ਪੰਜਾਬ ਤੋਂ ਹੀ ਨਿਕਲਿਆ ਵਾ ਆਪਾਂ ਇਹਦਾ ਵੀ ਮਸਲਾ ਹੱਲ ਕਰ ਲਾਂਗੇ ਬੈਠ ਕੇ ਕਿਸਾਨ ਸਾਰੇ ਇਕੱਠੇ ਹੋ ਕੇ ਜਿਹੜੇ ਅਹੁਦੇਦਾਰ ਆ ਸਾਡੇ ਪਰ ਇਹ ਜਿਹੜਾ ਸੱਪ ਆ ਇਹਨੂੰ ਕੁੱਟ ਲਈਏ ਇਹਦੀ ਸਿਰੀ ਕੁੱਟ ਲਈਏ ਬਾਕੀ ਦਾ ਕੀੜੇ ਨਾ ਆਵੇ ਖਾ ਜਾਣਾ ਇਹ। ਬਿਲਕੁਲ ਜੀ, ਬੀਬੀਆਂ ਵੀ ਪਹੁੰਚੀਆਂ ਇੱਥੇ, ਸਰਪੰਚ ਵੀ ਹੈ। ਕੀ ਨਾਮ ਤੁਹਾਡਾ ਜੀ? ਅੰਜੂ ਵਾਲਾ ਜੀ, ਸਰਪੰਚ ਮਾਨਕ ਮਾਜਰਾ। ਤੁਸੀਂ ਵੀ ਅੱਜ ਪਹੁੰਚੇ ਹੋ, ਕੀ ਲੋੜ ਪਈ ਸੀ ਤੁਹਾਨੂੰ ਅੱਜ? ਕੀ ਲੱਗ ਰਿਹਾ ਤੁਹਾਨੂੰ ਜਿਹੜੇ ਹੈਗੇ ਕਾਨੂੰਨਾਂ ਦੇ ਨਾਲ ਕੀ ਨੁਕਸਾਨ? ਨਿੱਕੇ ਜੇ ਜਵਾਕਾਂ ਵਿੱਚ ਮੈਂ ਉੱਠਦਾ ਇਨਕਲਾਬ ਵੇਖਿਆ, ਤਕੜਾ ਹੋ ਜਾ ਹਾਕਮਾਂ ਰਾਤ, ਸੁਪਨੇ 'ਚ ਮੈਂ ਜਾਗਦਾ ਪੰਜਾਬ ਵੇਖਿਆ। ਇਹ ਮੋਦੀ ਦਾ ਅੱਜ ਦਾ ਸਾਡਾ ਜੋ ਰਾਵਣ ਹੈ ਇਹ ਮੋਦੀ ਹੈ, ਕਿਉਂਕਿ ਮੋਦੀ ਸਰਕਾਰ ਨੇ ਪੰਜਾਬ ਵਿੱਚ ਹਲਚਲ ਸਾਰੇ ਹੀ ਜਿਹੜੇ ਸੂਬੇ ਹੈ ਜਿਨ੍ਹਾਂ ਤੋਂ ਇਸ ਦਾ ਢਿੱਡ, ਜੋ ਸੂਬੇ ਕਿਸਾਨ ਇਹਨਾਂ ਦਾ ਢਿੱਡ ਭਰਦੇ ਸੀਗੇ ਉਹਨਾਂ ਦਾ ਇਸਨੇ ਰੋਟੀ ਪਾਣੀ ਖੋਹ ਲਿਆ ਹੈ। ਅੱਜ ਕਿਸਾਨ ਜੀਰੀ ਵੱਢਣ ਦੀ ਥਾਂ ਮੰਡੀ ਵਿੱਚ ਬੈਠਣ ਦੀ ਥਾਂ ਅੱਜ ਇੱਥੇ ਬੈਠਾ ਹੈ। ਕਿਉਂ ਬੈਠਾ ਹੈ? ਕਿਉਂਕਿ ਇਸ ਦਾ ਸਿਆਪਾ ਕਰਨਾ ਜ਼ਰੂਰੀ ਸੀ, ਕਿਉਂਕਿ ਇਸ ਦੇ ਪੁਤਲੇ ਫੂਕਣੇ ਜ਼ਰੂਰੀ ਹੈ। ਅੱਜ ਕਿਤੇ ਵੀ ਪੰਜਾਬ ਦੇ ਵਿੱਚ ਹਰ ਇੱਕ ਜਗ੍ਹਾ ਮੋਦੀ ਦਾ ਪੁਤਲਾ ਫੂਕਿਆ ਜਾ ਰਿਹਾ, ਕਿਉਂਕਿ ਇਹ ਕੋਈ ਬਣਤਰ ਨਹੀਂ ਬਣਾਈ ਗਈ, ਇਹ ਕਿਸਾਨਾਂ ਦਾ ਰੋਸ ਹੈ। ਅੱਜ ਅਸੀਂ ਬੀਬੀਆਂ ਇਸ ਧਰਨੇ ਵਿੱਚ ਸ਼ਾਮਲ ਹੋਈਆਂ ਹੈ ਤੇ ਹੋਰ ਬੀਬੀਆਂ ਨੂੰ ਮੇਰੀ ਇਹੀ ਬੇਨਤੀ ਹੈ ਕਿ ਆ ਕੇ ਬਾਹਰ ਨਿਕਲਣ, ਰੋਟੀ ਚੁੱਲ੍ਹਾ ਚੱਲੀ ਜਾਣਾ ਹੈ। ਪਰ ਜੇ ਕਿਸਾਨੀ ਖੋ ਗਈ ਤਾਂ ਅਸੀਂ ਤਾਂ ਬੈਠੇ ਦੇ ਬੈਠੇ ਹੀ ਰਹਿ ਜਾਾਂਗੇ। ਇਹ ਮੋਦੀ ਹਾਕਮ ਅਡਾਨੀਆਂ ਅੰਬਾਨੀਆਂ ਨੂੰ ਖਿਲਾਉਣ ਵਾਸਤੇ ਬੈਠਾ ਹੈ ਤੇ ਇਸ ਦਾ ਜੋ ਵੀ ਹੈ ਅਸੀਂ ਇਸ ਦੇ ਪ੍ਰਤੀ ਬਹੁਤ ਵਿਰੋਧ ਕਰਦੇ ਹਾਂ ਤੇ ਆ ਸੰਘਰਸ਼ ਸਾਡਾ ਜਾਰੀ ਰਹੇਗਾ। ਬਿਲਕੁਲ ਜੀ, ਕੀ ਨਾਮ ਸਰ ਤੁਹਾਡਾ? ਮੇਜਰ ਸਿੰਘ ਮੰਗੜ, ਪ੍ਰਧਾਨ ਜ਼ਿਲ੍ਹਾ ਆੜਤੀ ਐਸੋਸੀਏਸ਼ਨ ਰੂਪਨਗਰ। ਕੀ ਕਹਿਣਾ ਚਾਹੁੰਦੇ ਸ਼ਾਰਟ ਦੇ ਵਿੱਚ ਇਸ ਮਾਮਲੇ ਨੂੰ ਸਾਰਿਆਂ ਨੂੰ ਲੈ ਕੇ? ਬਾਕੀ ਵੀ ਕਾਫੀ ਦੱਸਿਆ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਬਹੁਤ ਮਾੜੀਆਂ ਨੇ। ਕਿਵੇਂ ਦੇਖਦੇ ਹੋ ਅੱਗੇ ਕੀ ਰਣਨੀਤੀ ਅਪਣਾਈ ਜਾਵੇ ਕਿਸਾਨਾਂ ਦੀ, ਆੜਤੀਆਂ ਦੀ, ਤਾਂ ਕਿ ਜਿਹੜੀ ਜਿੱਤ ਪਾਈ ਜਾ ਸਕੇ? ਕਿਸਾਨ ਮਜ਼ਦੂਰ ਤੇ ਆੜਤੀ ਇਹ ਇੱਕ ਸੰਘਰਸ਼ ਦੇ ਤੌਰ ਤੇ ਇਕੱਠੇ ਚੱਲ ਰਹੇ ਨੇ ਤੇ ਜੋ ਵੀ ਫੈਸਲਾ ਹਾਈ ਕਮਾਂਡ ਦਾ ਹੋਏਗਾ ਉਹਦੇ ਤੇ ਫੁੱਲ ਚੜਾਏ ਜਾਣਗੇ। ਪਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਜਿਹੜੀਆਂ ਪਿੱਛੇ ਇਲੈਕਸ਼ਨਾਂ ਹੋਈਆਂ ਸੀਗੀਆਂ ਇਹਨਾਂ ਨੇ ਕਾਰਪੋਰੇਟ ਘਰਾਣਿਆਂ ਦੇ ਨਾਲ ਹਜ਼ਾਰਾਂ ਕਰੋੜ ਰੁਪਈਆ ਲੈ ਕੇ ਉਹਨਾਂ ਨਾਲ ਸੌਦਾ ਕੀਤਾ। ਜਿਹੜੇ ਗਲਤ ਬਿੱਲ ਲੈ ਕੇ ਆਉਣੇ ਆ ਤੇ ਕਾਰਪੋਰੇਟ ਘਰਾਣਿਆਂ ਨੂੰ ਸਭ ਕੁਝ ਵੇਚ ਦੇਣਾ ਪੰਜਾਬ ਦਾ, ਉਹਦਾ ਇੱਕ ਹਿੱਸਾ ਹੈ। ਕਿਉਂਕਿ ਇਹਨੇ ਤੁਹਾਡੇ ਸਾਹਮਣੇ ਰੇਲਵੇ ਵੇਚਤਾ ਉਹਨਾਂ ਲੋਕਾਂ ਨੂੰ ਇਹਨਾਂ ਨੇ ਅੱਡੇ ਵੇਚਦੇ, ਜਹਾਜ਼ ਵੇਚਦੇ, LIC ਵੇਚਤੀ, ਉਹਦੇ ਨਾਲ ਹਿੰਦੁਸਤਾਨ ਪੈਟਰੋਲੀਅਮ ਵੇਚਤੀ। ਜਿਹੜੇ ਅਦਾਰੇ ਭਾਰਤ ਸਰਕਾਰ ਦੇ ਮੁਨਾਫੇ 'ਚ ਜਾਂਦੇ ਸੀ ਤੇ ਕਰੋੜਾਂ ਰੁਪਈਆ ਇਹਨਾਂ ਨੂੰ ਕਮਾ ਕੇ ਦਿੰਦੇ ਸੀ, ਉਹ ਸਾਰੇ ਵੇਚਤੇ। ਉਹਦੇ ਜ਼ਰੀਏ ਹੀ ਹੁਣ ਅੱਜ ਇਹ ਜਿਹੜੀ ਪੰਜਾਬ ਦੀ ਕਿਸਾਨੀ ਹੈ ਇਹਨੂੰ ਵੇਚਣ ਵਾਲੇ ਪਾਸੇ ਚੱਲਿਆ ਹੋਇਆ। ਬਜ਼ੁਰਗ ਇਹ ਤਾਂ ਲਗਭਗ ਤੈਅ ਹੀ ਹੋ ਗਿਆ, ਪਤਾ ਹੀ ਲੱਗ ਗਿਆ, ਹੁਣ ਸਾਰੇ ਕਿਸਾਨ ਜਾਗਰੂਕ ਹੋ ਚੁੱਕੇ ਆ। ਲੜਾਈ ਕਿਵੇਂ ਜਿੱਤੀ ਜਾਣੀ? ਸਵਾਲ ਇਹ ਹੈ ਕਿ ਅੱਗੇ ਕੀ ਕਰਨਾ ਚਾਹੀਦਾ? ਲੜਾਈ ਜਿੱਤਣ ਦਾ ਇੱਕੋ ਇੱਕ ਹੱਲ ਹੈ। ਜਿਵੇਂ ਹੁਣ ਇਕੱਠੇ ਹੋ ਕੇ ਪੂਰੇ ਪੰਜਾਬ ਦੇ ਕਿਸਾਨ ਮਜ਼ਦੂਰ ਲੜਾਈ ਲੜਦੇ ਆ, ਐਸੇ ਤਰੀਕੇ ਨਾਲ ਲੜਦੇ ਰਹਿਣਗੇ ਜਦ ਤੱਕ ਸਾਡਾ ਜਿਹੜਾ ਸੰਘਰਸ਼ ਹੈ ਇਹਨੂੰ ਕਾਮਯਾਬੀ ਨਹੀਂ ਮਿਲ ਜਾਂਦੀ ਤੇ ਮੋਦੀ ਹੱਥ ਖੜੇ ਨਹੀਂ ਕਰ ਦਿੰਦਾ। ਕਿਸੇ ਵੀ ਕੀਮਤ ਦੇ ਉੱਤੇ ਅਸੀਂ ਜਿਹੜਾ ਸੰਘਰਸ਼ ਹੈ ਇਹਨੂੰ ਹਰ ਹਾਲਤ 'ਚ ਵਾਪਸ ਕਰਾ ਕੇ ਰਹਾਂਗੇ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਅੱਜ ਤੋਂ 15-20 ਦਿਨ ਤੱਕ ਜਿਹੜੀ ਵਢਾਈ ਆ ਉਹ ਵੀ ਖਤਮ ਹੋ ਜਾਏਗੀ ਸੌਣੀ ਦੀ, ਤੇ ਨਾਲ ਅਸੀਂ ਬਿਜਾਈ ਵੀ ਨੇੜੇ ਹੋ ਜੂਗੀ। ਉਸ ਤੋਂ ਬਾਅਦ ਅਸੀਂ ਸਾਰੇ ਪਰਿਵਾਰਾਂ ਸਮੇਤ ਆ ਕੇ ਰੋਡਾਂ ਤੇ ਬੈਠਾਂਗੇ ਤੇ ਜੇ ਸਾਨੂੰ ਪੱਕੇ ਸਮੇਂ ਲਈ ਉਹ ਭਾਰਤ ਬੰਦ ਕਰਨਾ ਪਿਆ ਉਹ ਵੀ ਅਸੀਂ ਬੰਦ ਕਰਾਂਗੇ। ਬਿਲਕੁਲ ਜੀ, ਸਾਡੇ ਨਾਲ ਲੀਡਰ ਖੜੇ ਨੇ ਚੜੀਆਂ ਸਾਹਿਬ। ਕਿਵੇਂ ਦੇਖਦੇ ਹੋ ਸਾਰੇ ਸੰਘਰਸ਼ ਨੂੰ? ਅੱਗੇ ਕਿਵੇਂ ਜਿੱਤੀ ਜਾ ਸਕਦੀ ਲੜਾਈ? ਕਿਉਂਕਿ ਹੁਣ ਤੱਕ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਧਰਨੇ ਲਗਾਏ ਗਏ, ਦਿੱਲੀ ਨੂੰ ਕੋਈ ਫਰਕ ਨਹੀਂ ਪੈ ਰਿਹਾ। ਪ੍ਰਧਾਨ ਮੰਤਰੀ ਸਾਹਿਬ ਨੇ ਬਿਹਾਰ ਦੇ ਵਿੱਚ ਵੀ ਭਾਸ਼ਣ 'ਚ ਸਪਸ਼ਟ ਕਰਤਾ ਕਿ ਜਿਹੜੇ ਵਾਪਸ ਨਹੀਂ ਹੋਣੇ ਕਾਨੂੰਨ। ਤੁਸੀਂ ਕਿਵੇਂ ਦੇਖਦੇ ਹੋ ਲੜਾਈ ਨੂੰ ਜਿੱਤਣ ਦੇ ਲਈ ਅੱਗੇ ਕੀ ਰੂਪਰੇਖਾ ਹੋਣੀ ਚਾਹੀਦੀ ਹੈ? ਦੇਖੋ, ਹਿਟਲਰ ਨੇ ਜਿੱਦ ਕੀਤੀ ਸੀ, ਉਹਨੂੰ ਵੀ ਮਾਤ ਪਈ ਹੈ। ਇਹ ਹੁਣ ਹਿਟਲਰ ਰੂਪੀ ਸਾਡਾ ਪ੍ਰਧਾਨ ਮੰਤਰੀ ਬਣਿਆ ਹੋਇਆ ਕਿ ਜੋ ਮੈਂ ਕਹਿਤਾ ਉਹ ਠੀਕ ਹੈ, ਜੋ ਤੇਰਾ ਕਹਿਤਾ ਠੀਕ ਹੈ। ਕਿੱਦਾਂ ਜਦ ਉਹ ਕਿਸਾਨ ਉਹਦੇ ਨਾਲ ਖੁਸ਼ ਨਹੀਂ। ਜੇਕਰ ਕਿਸਾਨਾਂ ਨੂੰ ਉਹ ਕਾਲੇ ਕਾਨੂੰਨ ਜੋ ਇਹ ਲੈ ਕੇ ਆਇਆ, ਜਦੋਂ ਕਿਸਾਨ ਖੁਸ਼ ਨਹੀਂ ਹੈ, ਕਿਸਾਨ ਸੜਕਾਂ ਤੇ ਹੈ, ਕਿਸਾਨ ਰੇਲਾਂ ਤੇ ਹੈ, ਰੋਜ਼ ਮੌਲਾਂ ਦੀ ਘੇਰਾਬੰਦੀ ਹੋ ਰਹੀ ਹੈ। ਜੇ ਤੂੰ ਕਾਨੂੰਨ ਕੋਈ ਲਾਗੂ ਕਰਨਾ ਤਾਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਕਿ ਤੁਹਾਡੇ ਹੱਕ ਵਿੱਚ ਹੈ ਕਿ ਨਹੀਂ। ਲੋਕਡਾਊਨ ਹੋ ਕੇ ਹਟਿਆ, ਪਹਿਲਾਂ ਹੀ ਕਿਸਾਨੀ ਦੀ ਬਰਬਾਦੀ ਵੱਲ ਪਹਿਲਾਂ ਹੀ ਤੁਰੀ ਹੋਈ ਹੈ, ਪਹਿਲਾਂ ਹੀ ਕਿਸਾਨਾਂ ਦਾ ਬੁਰਾ ਹਾਲ ਹੈ। ਇਹ ਕਾਲੇ ਕਾਨੂੰਨ ਲਿਆ ਕੇ ਥੋਪਤੇ। ਇਹ ਲੜਾਈ ਤਾਂ ਅੱਗੇ ਇਸੇ ਤਰ੍ਹਾਂ ਜਾਰੀ ਰਹਿਣੀ। ਵੱਡਿਆਂ ਘਰਾਨਾਂ ਦਾ ਜਿਹੜਾ ਵੱਡੇ ਘਰਾਨੇ ਜਿਨ੍ਹਾਂ ਕੋਲ ਵੇਚਿਆ ਗਿਆ ਸਾਨੂੰ ਅਡਾਨੀਆਂ ਬਿਆਨੀਆਂ ਨੂੰ, ਉਹਨਾਂ ਦੇ ਘਰੋਂ ਜਾਰੀ ਰਹਿਣਗੇ। ਮੈਂ ਸਮਝਦਾ ਕਿ ਆਉਣ ਵਾਲੀਆਂ ਕਿਸਾਨ ਜਥੇਬੰਦੀਆਂ ਜਿਵੇਂ ਵੀ ਸਾਨੂੰ 85 ਪੰਚਾਇਤਾਂ ਇੱਥੇ ਬੈਠੀਆਂ, ਜਿਵੇਂ ਸਾਨੂੰ ਹੁਕਮ ਆਏਗਾ ਉਸੇ ਤਰ੍ਹਾਂ ਇਹ ਸੰਘਰਸ਼ ਚੱਲਣਾ। ਇਹਦੀ ਘੇਰਾਬੰਦੀ ਜਾਰੀ ਰਹੂਗੀ। ਘੇਰਾਬੰਦੀ ਕਰਕੇ ਹੀ ਲੋਟ ਆਉਣਾ ਹੈ। ਤਾਂ ਕਰਕੇ ਜੇ ਸਾਡਾ ਕਿਸਾਨ ਜਾਗਰਤ ਹੈ, ਅਸੀਂ ਆਪਣੇ ਹੱਕ ਲੈ ਕੇ ਰਹਾਂਗੇ, ਹੱਕ ਲਈ ਲੜਾਂਗੇ, ਹੱਕ ਲਈ ਮਰਾਂਗੇ। ਬਿਲਕੁਲ। ਨਰਿੰਦਰ ਸਿੰਘ ਸ਼ੇਰਗਿੱਲ ਜੀ ਖੜੇ।
ਬੀਜੇਪੀ ਲਗਾਤਾਰ ਰੈਲੀਆਂ ਕੱਢ ਰਹੀ ਹੈ ਕਿਸਾਨ ਧਰਨਿਆਂ ਦੇ ਉੱਤੇ। ਕੀ ਲੱਗਦਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਗੱਲਾਂ ਬਾਤਾਂ ਹੋ ਰਹੀਆਂ, ਜਿਵੇਂ ਕਿ ਲੱਗ ਰਿਹਾ ਕਿ ਭੜਕਾਇਆ ਜਾ ਰਿਹਾ ਕਿਸਾਨਾਂ ਨੂੰ? ਦੇਖੋ ਜੀ, ਬੀਜੇਪੀ ਨੇ ਤਾਂ ਸਾਰੀਆਂ ਸਟੇਟਾਂ ਤੋਂ ਅਧਿਕਾਰ ਖੋਹ ਕੇ ਸੈਂਟਰ 'ਚੋਂ ਕੇਂਦਰਿਤ ਕਰ ਰਹੀ ਹੈ। ਮਿਸਾਲ ਦੇ ਤੌਰ ਤੇ 2020 ਬਿਜਲੀ ਦਾ ਜਿਹੜਾ ਬਿੱਲ ਐਕਟ ਦੇ ਤਹਿਤ ਸਾਰੀਆਂ ਪਾਵਰਾਂ ਉਹਨੇ ਆਪਣੇ ਕੋਲ ਕੇਂਦਰਿਤ ਕਰ ਲਈਆਂ। ਇਸੇ ਤਰ੍ਹਾਂ ਪਹਿਲਾਂ GST ਲਿਆਂਦੀ, ਨੋਟਬੰਦੀ ਲਿਆਂਦੀ ਤੇ ਲੋਕਾਂ ਦਾ ਘਾਣ ਕੀਤਾ। ਹੁਣ ਜਿਹੜਾ ਸਭ ਤੋਂ ਲੇਟੈਸਟ ਹੈਗਾ ਉਹ ਕਿਸਾਨੀ ਦਾ ਜਿਹੜਾ 3 ਕਾਲੇ ਕਾਨੂੰਨ ਆਰਡੀਨੈਂਸ ਲਿਆ ਕੇ ਕਾਨੂੰਨਾਂ ਦਾ ਰੂਪ ਦੇ ਦਿੱਤਾ ਗਿਆ। ਉਹ ਸਿੱਧਾ ਤੇ ਸਿੱਧਾ ਕਿਸਾਨ ਮਜ਼ਦੂਰ ਦੀ ਸਮਝ ਲਓ ਸਿਵਿਆਂ ਦੇ ਵੱਲ ਜਾਣ ਦਾ ਰਸਤਾ ਹੈ। ਜੇਕਰ ਪੰਜਾਬ ਦਾ ਕਿਸਾਨ ਗਰੀਬ ਹੁੰਦਾ ਤਾਂ ਸਮਝ ਲਓ ਸਾਰਾ ਮਜ਼ਦੂਰ, ਆੜ੍ਹਤੀ, ਵਪਾਰੀ ਸਭ ਉਹਦੀ ਲਪੇਟ ਵਿੱਚ ਆਉਂਦੇ ਨੇ। ਇਸ ਕਰਕੇ ਇਹ ਕਾਲੇ ਕਾਨੂੰਨ ਜਦੋਂ ਤੱਕ ਵਾਪਸ ਨਹੀਂ ਕਰੇ ਜਾਂਦੇ ਉਦੋਂ ਤੱਕ ਆਮ ਆਦਮੀ ਪਾਰਟੀ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਸਾਥ ਦਿੰਦੇ ਰਵਾਂਗੇ ਜਦੋਂ ਤੱਕ ਕਾਲੇ ਕਾਨੂੰਨ ਵਾਪਸ ਨਹੀਂ। ਪੰਜਾਬ ਦੀਆਂ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਸਵਾਲ ਚੁੱਕੇ ਜਾ ਰਹੇ ਕਿ ਪੰਜਾਬ ਸਰਕਾਰ, ਕਾਂਗਰਸ ਵੱਲੋਂ ਜਿਹੜਾ ਹੈਗਾ ਕਾਨੂੰਨਾਂ ਦੇ ਖਿਲਾਫ ਮਤਾ ਪਾ ਕੇ ਜਿਹੜਾ ਹੈਗਾ ਗਵਰਨਰ ਨੂੰ ਭੇਜਿਆ ਗਿਆ। ਆਮ ਆਦਮੀ ਪਾਰਟੀ ਕਹਿੰਦੀ ਅਸੀਂ ਕਿਸਾਨਾਂ ਦੇ ਨਾਲ ਆ, ਪਰੰਤੂ ਦਿੱਲੀ ਦੇ ਵਿੱਚ ਕੇਜਰੀਵਾਲ ਵੱਲੋਂ, ਸਰਕਾਰ ਵੱਲੋਂ ਕਿਉਂ ਕਾਨੂੰਨਾਂ ਦੇ ਖਿਲਾਫ ਮਤਾ ਨਹੀਂ ਪਾਇਆ ਜਾ ਰਿਹਾ? ਦੇਖੋ ਜੀ, ਇੱਕੋ ਇੱਕ ਸਟੇਟ ਆ ਹਿੰਦੁਸਤਾਨ ਦੇ ਵਿੱਚ ਜਿੱਥੇ ਸਵਾਮੀਨਾਥਨ ਕਮਿਸ਼ਨ ਜੋ ਕਿਸਾਨਾਂ ਦੇ ਲਈ ਕਮਿਸ਼ਨ ਬਣਿਆ ਸੀਗਾ, ਫਸਲਾਂ ਦੇ ਭਾਅ ਅੱਜ ਪੰਜਾਬ ਨਾਲੋਂ ਦੁੱਗਣੇ ਭਾਅ ਫਸਲਾਂ ਦੇ, ਉੱਥੇ ਸਵਾਮੀਨਾਥਨ ਕਮਿਸ਼ਨ ਉੱਥੇ ਲਾਗੂ ਕੀਤਾ ਹੋਇਆ। ਅੱਜ 2650 ਰੁਪਏ ਕੁਇੰਟਲ ਕਣਕ ਵਿਕ ਰਹੀ ਆ, 2650 ਰੁਪਏ ਕੁਇੰਟਲ ਦੇ ਕਰੀਬ ਉੱਥੇ ਝੋਨਾ ਵਿਕ ਰਿਹਾ। ਇਸ ਕਰਕੇ ਕੇਜਰੀਵਾਲ ਸਾਹਿਬ ਦਾ ਸਵਾਲ ਇਹ ਆ ਕਿ ਉੱਥੇ ਜਿਹੜੇ ਕਾਨੂੰਨਾਂ ਨੂੰ ਮੰਨਦੀ ਆ ਆਮ ਆਦਮੀ ਪਾਰਟੀ ਕਾਲੇ ਆ। ਬਿਲਕੁਲ ਜੀ, ਅਸੀਂ ਤਾਂ ਫਿਰ ਉੱਥੇ ਕਿਉਂ ਮਤਾ ਨਹੀਂ ਪਾਇਆ ਜਾ ਰਿਹਾ ਦਿੱਲੀ ਦੇ ਵਿੱਚ? ਪੂਰਾ ਅਸੀਂ ਪ੍ਰਦਰਸ਼ਨ ਕੀਤਾ ਜੀ, ਨੈਸ਼ਨਲ ਲੈਵਲ ਦਾ ਉੱਥੇ ਸਾਡਾ ਇਕੱਠ ਹੋਇਆ। ਜਦੋਂ ਤੁਹਾਡੇ ਕੋਲ ਜਿਹੜਾ ਬਹੁਮਤ ਹੈਗਾ ਦਿੱਲੀ ਦੇ ਵਿੱਚ ਆਪ ਦਾ, ਫਿਰ ਮਤਾ ਕਿਉਂ ਨਹੀਂ ਪਾਇਆ ਜਾ ਰਿਹਾ ਕਾਨੂੰਨਾਂ ਦੇ ਖਿਲਾਫ? ਜਲਦੀ ਮੀਟਿੰਗ ਹੋ ਰਹੀ ਹੈ ਜੀ, ਇੱਥੋਂ ਪੰਜਾਬ ਤੋਂ ਵੀ ਟੀਮ ਜਾਊਗੀ ਤੇ ਜਲਦੀ ਤੋਂ ਜਲਦੀ ਫੈਸਲਾ ਕਰਿਆ ਜਾਊਗਾ ਉਹਦੇ ਹੱਕ। ਬਿਲਕੁਲ। ਸੋ ਇਹ ਸਨ ਕਿਸਾਨ ਆਗੂ ਤੇ ਜਿਹੜੇ ਹੈਗੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਜਿਹੜੇ ਇੱਥੇ ਰੋਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਇਆ ਬੀਜੇਪੀ ਦੇ ਖਿਲਾਫ। ਕਿਸਾਨਾਂ ਦਾ ਕਹਿਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਕੇਂਦਰ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਦਿੱਲੀ ਦਾ ਘਿਰਾਓ ਕੀਤਾ ਜਾਵੇਗਾ ਤੇ ਮੋਦੀ ਸਰਕਾਰ ਇਸ ਦੇ ਲਈ ਤਿਆਰ ਰਵੇ। ਰੂਪਨਗਰ ਤੋਂ ਕੈਮਰਾਮੈਨ ਹਨੀ ਦੇ ਨਾਲ ਸੱਜਣ ਸਿੰਘ ਸੈਣੀ, ਪੰਜਾਬੀ ਲੋਕ ਚੈਨਲ।